BTV देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਓਨਟਾਰੀਓ ਦੇ ਸ਼ਹਿਰ ਵੌਨ ਦੇ ਟਾਊਨ ਹਾਊਸ ਕੰਪਲੈਕਸ 'ਚ ਲੱਗੀ ਭਿਆਨਕ ਅੱਗ, $1 ਮਿਲੀਅਨ ਦਾ ਏਰੀਅਲ ਟਰੱਕ ਸੜ ਕੇ ਹੋਇਆ ਸੁਆਹ। ਕਿਊਬੈਕ ਵਿੱਚ 23 ਨਵੰਬਰ ਨੂੰ ਅਧਿਆਪਕ ਯੂਨੀਅਨ ਵੱਲੋਂ ਕੀਤੀ ਜਾਵੇਗੀ ਹੜਤਾਲ, 65,000 ਅਧਿਆਪਕ ਹੋਣਗੇ ਹੜਤਾਲ 'ਚ ਸ਼ਾਮਲ। ਰੂਸ ਨੇ ਨਵੀਂ ਪਰਮਾਣੂ ਪਣਡੁੱਬੀ ਤੋਂ ਅੰਤਰ ਮਹਾਦੀਪੀ ਬੈਲਿਸਟਿਕ ਮਿਜ਼ਾਈਲ ਤੱਕ ਕੀਤਾ ਪ੍ਰੀਖਣ। ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਇੱਕ ਔਰਤ ਅਤੇ 3 ਬੱਚਿਆਂ ਦੀ ਮੌਤ, ਸਥਾਨਕ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ। ਹੁਣ ਖਬਰਾਂ ਵਿਸਥਾਰ ਨਾਲ। ਓਨਟਾਰੀਓ ਦੇ ਵੌਨ ਸ਼ਹਿਰ ਵਿੱਚ ਇੱਕ ਨਿਰਮਾਣ ਅਧੀਨ ਟਾਊਨ ਹਾਊਸ ਵਿਕਾਸ ਵਿੱਚ ਲੰਘੇ ਐਤਵਾਰ ਇੱਕ ਵੱਡੀ ਅੱਗ ਲੱਗੀ, ਜਿਸ ਵਿੱਚ $1 ਮਿਲੀਅਨ ਦੀ ਕੀਮਤ ਵਾਲਾ ਇੱਕ ਫਾਇਰ ਟਰੱਕ ਤਬਾਹ ਹੋ ਗਿਆ। ਵੌਨ ਫਾਇਰ ਦੇ ਡਿਪਟੀ ਚੀਫ ਗ੍ਰਾਂਟ ਮੋਫੇਟ ਨੇ ਮੌਕੇ ਤੇ ਪੱਤਰਕਾਰਾਂ ਨੂੰ ਦੱਸਿਆ ਕਿ ਚਾਲਕ ਦਲ ਨੇ ਅੱਗ ਤੇ ਕਾਬੂ ਪਾਉਣ ਲਈ ਇੱਕ ਏਰੀਅਲ ਵਾਹਨ ਸਥਾਪਿਤ ਕੀਤਾ ਸੀ, ਪਰ ਇਸ ਵਿੱਚ ਅੱਗ ਲੱਗ ਗਈ ਅਤੇ ਅੱਗ ਬੁਝਾਊ ਕਰਮਚਾਰੀ ਉਸ ਟਰੱਕ ਨੂੰ ਅੱਗ ਲੱਗਣ ਕਾਰਨ ਸਮੇਂ ਸਿਰ ਵਾਪਸ ਨਹੀਂ ਲਿਜਾ ਸਕੇ। ਅਧਿਕਾਰੀ ਨੇ ਅੱਗੇ ਕਿਹਾ ਕਿ ਬਦਕਿਸਮਤੀ ਨਾਲ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਅੱਗ ਇੰਨੀ ਜ਼ਿਆਦਾ ਫੈਲੀ ਹੋਈ ਸੀ ਕਿ ਫਾਇਰ ਫਾਈਟਰਸ ਦੇ ਮੌਕੇ ਤੇ ਪਹੁੰਚਣ ਤੋਂ ਤੁਰੰਤ ਬਾਅਦ ਇਸ ਘਟਨਾ ਨੂੰ 3 ਅਲਾਰਮ ਐਲਾਨਿਆ ਗਿਆ। ਜਾਣਕਾਰੀ ਮੁਤਾਬਕ ਅੱਗ ਰਦਰਫੋਰਡ ਰੋਡ ਅਤੇ ਹਾਈਵੇ 27 ਦੇ ਖੇਤਰ ਵਿੱਚ ਤੜਕੇ 4 ਵਜੇ ਤੋਂ ਸ਼ੁਰੂ ਹੋਈ ਅਤੇ ਬਾਅਦ ਵਿੱਚ ਹੋਰ ਜ਼ਿਆਦਾ ਵੱਧ ਗਈ। ਇਸ ਮੌਕੇ ਅਧਿਕਾਰੀ ਮੋਫੇਟ ਨੇ ਕਿਹਾ ਕਿ ਹਵਾ ਨੇ ਅਮਲੇ ਲਈ ਸਮੱਸਿਆ ਖੜੀ ਕੀਤੀ, ਕਿਉਂਕਿ ਇਸ ਕਾਰਨ ਅੱਗ ਤੇਜ਼ੀ ਨਾਲ ਨੇੜੇ ਦੇ ਕਈ ਖਾਲੀ ਘਰਾਂ ਤੱਕ ਫੈਲ ਗਈ, ਜਿਸ ਵਿੱਚ ਉਸਾਰੀ ਦੇ ਵੱਖ-ਵੱਖ ਪੜਾਵਾਂ ਵਿੱਚ ਲਗਭਗ 35 ਖਾਲੀ ਮਕਾਨਾਂ ਨੂੰ ਅੱਗ ਲੱਗ ਗਈ। ਵੌਨ ਫਾਇਰ ਫਾਈਟਰਸ ਦੇ ਅਧਿਕਾਰੀ ਨੇ ਕਿਹਾ ਕਿ ਸਾਈਟ ਤੇ ਪ੍ਰੋਪੇਨ ਸਿਲੰਡਰਾਂ ਤੋਂ ਸੰਭਾਵਿਤ ਤੌਰ ਤੇ ਧਮਾਕੇ ਹੋਣ ਦੀਆਂ ਰਿਪੋਰਟਾਂ ਵੀ ਸਨ। ਅੱਗ ਤੇ ਕਾਬੂ ਪਾਉਣ ਲਈ ਕੁੱਲ ਮਿਲਾ ਕੇ 13 ਜਾਂ 14 ਅੱਗ ਬੁਝਾਊ ਯੰਤਰਾਂ ਦੇ ਨਾਲ-ਨਾਲ ਦਿਨ ਅਤੇ ਰਾਤ ਦੀਆਂ ਸ਼ਿਫਟਾਂ ਦੇ 60 ਤੋਂ ਘੱਟ ਫਾਇਰ ਫਾਈਟਰ ਤਾਇਨਾਤ ਕੀਤੇ ਗਏ ਸਨ, ਪਰ ਇਸ ਪੂਰੀ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਅਤੇ ਨਾ ਹੀ ਕਿਸੇ ਦੀ ਜ਼ਖਮੀ ਹੋਣ ਦੀ ਸੂਚਨਾ ਹੈ। ਪਰ ਸਾਵਧਾਨੀ ਦੇ ਤੌਰ ਤੇ ਉਸਾਰੀ ਵਾਲੀ ਥਾਂ ਦੇ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ, ਜਿੱਥੇ ਯੋਕ ਰੀਜਨ ਟ੍ਰਾਂਜ਼ਿਟ ਬੱਸਾਂ ਉਹਨਾਂ ਵਿਸਥਾਪਿਤ ਲੋਕਾਂ ਨੂੰ ਪਨਾਹ ਦੇਣ ਲਈ ਮੌਕੇ ਤੇ ਮੌਜੂਦ ਸੀ। ਉੱਥੇ ਹੀ ਹੁਣ ਯੋਕ ਰੀਜਨਲ ਪੁਲਿਸ ਦੇ ਨਾਲ ਫਾਇਰ ਫਾਈਟਰਸ ਦੇ ਅਧਿਕਾਰੀ ਜਾਂਚਕਰਤਾਵਾਂ ਦੇ ਨਾਲ ਹੁਣ ਇਸ ਅੱਗ ਦੇ ਮੂਲ ਕਾਰਨ ਅਤੇ ਹਾਲਾਤਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ। ਲੰਘੇ ਐਤਵਾਰ ਨੂੰ ਵੀ ਰਫਾਹ ਬਾਰਡਰ ਕ੍ਰਾਸਿੰਗ ਰਾਹੀਂ ਕੈਨੇਡੀਅਨਸ ਦੀ ਗਾਜ਼ਾ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਨਹੀਂ ਸੀ, ਜਿਸ ਦੀ ਜਾਣਕਾਰੀ ਆਪ ਗਲੋਬਲ ਅਫੇਅਰਸ ਕੈਨੇਡਾ ਨੇ ਦਿੱਤੀ। ਇਹਨਾਂ ਹਾਲਾਤਾਂ ਨੂੰ ਲੈ ਕੇ ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਕਿ ਰਫਾਹ ਬਾਰਡਰ ਕ੍ਰਾਸਿੰਗ ਤੇ ਚੱਲ ਰਹੀ ਰੁਕਾਵਟ ਦੇ ਦੌਰਾਨ ਅਜਿਹਾ ਹੋਇਆ। ਮਿਸਰ ਵਿੱਚ ਕੈਨੇਡਾ ਦੇ ਰਾਜਦੂਤ ਲੁਇਸ ਡੂਮਾ ਨੇ ਲੰਘੇ ਐਤਵਾਰ ਨੂੰ ਇੱਕ ਇੰਟਰਵਿਊ ਵਿੱਚ ਇੱਕ ਮੀਡੀਆ ਚੈਨਲ ਦੇ ਹੋਸਟ ਨੂੰ ਦੱਸਿਆ ਕਿ ਸਾਨੂੰ ਉਮੀਦ ਸੀ ਕਿ ਇਹ ਲੰਘੇ ਐਤਵਾਰ ਨੂੰ ਖੁੱਲ ਜਾਵੇਗਾ, ਪਰ ਰੁਕਾਵਟ ਕਰਕੇ ਅਜੇ ਵੀ ਕ੍ਰਾਸਿੰਗ ਕੈਨੇਡੀਅਨਸ ਲਈ ਨਹੀਂ ਖੁੱਲੀ। ਜਾਣਕਾਰੀ ਮੁਤਾਬਕ ਗਾਜ਼ਾ ਅਤੇ ਮਿਸਰ ਦੇ ਵਿਚਕਾਰ ਰਫਾਹ ਬਾਰਡਰ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਜਾਣ ਦੇਣ ਲਈ ਖੁੱਲੀ ਰੱਖਣ ਲਈ ਗੱਲਬਾਤ ਵਿੱਚ ਵਿਘਨ ਪੈਣ ਤੋਂ ਬਾਅਦ ਲਗਾਤਾਰ ਦੂਜੇ ਦਿਨ ਵੀ ਬੰਦ ਕੀਤਾ ਗਿਆ ਸੀ। ਡੂਮਾ ਨੇ ਕਿਹਾ ਕਿ ਮਿਸਰ ਨੇ ਨਾਗਰਿਕਾਂ ਨੂੰ ਲੰਘਣ ਦੀ ਇਜਾਜ਼ਤ ਦੇਣ ਲਈ ਗੱਲਬਾਤ ਨੂੰ ਅੱਗੇ ਵਧਾਉਣ ਦੀ ਉਮੀਦ ਵਿੱਚ ਆਪਣੇ ਸਿਹਤ ਮੰਤਰੀ ਅਤੇ ਉੱਤਰੀ ਸਿਨਾਈ ਦੇ ਰਾਜਪਾਲ ਨੂੰ ਰਫਾਹ ਕ੍ਰਾਸਿੰਗ ਲਈ ਰਵਾਨਾ ਕੀਤਾ ਸੀ। ਉੱਥੇ ਹੀ ਇੱਕ ਕੈਨੇਡੀਅਨ ਨੇ, ਜਿਸ ਦੇ ਪਿਤਾ ਗਾਜ਼ਾ ਵਿੱਚ ਫਸੇ ਹੋਏ ਹਨ, ਉਸਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਉਸਨੂੰ ਲੰਘੇ ਸ਼ਨੀਵਾਰ ਨੂੰ ਗਲੋਬਲ ਅਫੇਅਰਸ ਕੈਨੇਡਾ ਤੋਂ ਇੱਕ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਲਈ ਅਸਥਾਈ ਤੌਰ ਤੇ ਸੋਮਵਾਰ ਨੂੰ ਸ਼ੁਰੂ ਹੋਣਾ ਤੈਅ ਹੈ। ਇਸ ਦੌਰਾਨ ਗਲੋਬਲ ਅਫੇਅਰਸ ਕੈਨੇਡਾ ਨੇ ਕਿਹਾ ਕਿ ਮਿਸਰ ਕਿਸੇ ਵੀ ਵਿਅਕਤੀ ਨੂੰ ਵੱਧ ਤੋਂ ਵੱਧ 72 ਘੰਟਿਆਂ ਲਈ ਕ੍ਰਾਸਿੰਗ ਕਰਨ ਵਾਲੇ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦੇਵੇਗਾ ਅਤੇ ਕਿਹਾ ਕਿ ਕਾਹਿਰਾ ਅਤੇ ਅੱਗੇ ਕੈਨੇਡਾ ਜਾਣ ਵਿੱਚ ਕੈਨੇਡੀਅਨਸ ਦੀ ਮਦਦ ਲਈ ਕੌਂਸਲਰ ਅਧਿਕਾਰੀ ਉਪਲਬਧ ਹੋਣਗੇ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਉਹ ਮਿਸਰ ਵਿੱਚ ਦਾਖਲ ਹੋਣ ਵਾਲੇ ਕੈਨੇਡੀਅਨਸ ਨੂੰ ਰਿਹਾਇਸ਼, ਭੋਜਨ ਅਤੇ ਬੁਨਿਆਦੀ ਲੋੜਾਂ ਵੀ ਮੁਹੱਈਆ ਕਰਵਾਏਗੀ। ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਆਪਣੀ ਪਾਰਟੀ ਦੇ ਡੈਲੀਗੇਟਸ ਨੂੰ ਦਿੱਤੇ ਭਾਸ਼ਣ ਵਿੱਚ ਫੈਡਸ ਨਾਲ ਲੜਨ ਅਤੇ ਐਲਬਰਟਾ ਬਣਾਉਣ ਦਾ ਵਾਅਦਾ ਕੀਤਾ, ਪਰ ਡੈਨੀਅਲ ਸਮਿਥ ਦੀ ਭਾਸ਼ਣ ਦੌਰਾਨ ਸਭ ਤੋਂ ਸਰਾਹਨਾ ਉਦੋਂ ਹੋਈ ਜਦੋਂ ਉਸਨੇ ਮਾਪਿਆਂ ਨੂੰ ਆਪਣੇ ਬੱਚੇ ਦੀ ਸਿੱਖਿਆ ਤੇ ਨਿਯੰਤਰਣ ਰੱਖਣ ਦਾ ਵਾਅਦਾ ਕੀਤਾ। ਕੈਲਗਰੀ ਵਿੱਚ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਸਾਲਾਨਾ ਮੀਟਿੰਗ ਵਿੱਚ ਲਗਭਗ 3800 ਡੈਲੀਗੇਟਸ ਨੂੰ ਦਿੱਤੇ ਭਾਸ਼ਣ ਦੌਰਾਨ ਡੈਨੀਅਲ ਸਮਿਥ ਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਅੱਜ ਸੁਣਨ ਵਾਲੇ ਹਰ ਮਾਤਾ-ਪਿਤਾ ਮੈਨੂੰ ਚੰਗੀ ਤਰ੍ਹਾਂ ਸੁਣਨ। ਮਾਪੇ ਆਪਣੇ ਬੱਚਿਆਂ ਦੀ ਮੁੱਖ ਦੇਖਭਾਲ ਕਰਨ ਵਾਲੇ ਅਤੇ ਸਿੱਖਿਅਕ ਹੁੰਦੇ ਹਨ ਅਤੇ ਸਾਡੇ ਕੋਲ ਮਜ਼ਬੂਤ ਅਤੇ ਪਾਲਣ ਪੋਸ਼ਣ ਵਾਲੇ ਪਰਿਵਾਰਾਂ ਤੋਂ ਬਿਨਾਂ ਇੱਕ ਸਫਲ ਸੂਬਾ ਜਾਂ ਇੱਕ ਸਫਲ ਸਮਾਜ ਨਹੀਂ ਹੋ ਸਕਦਾ ਅਤੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਆਪੋਜ਼ਿਟ ਪਾਰਟੀਆਂ ਮਾਪਿਆਂ ਦੀ ਭੂਮਿਕਾ ਨੂੰ ਕਿੰਨੀ ਵਾਰ ਕਮਜ਼ੋਰ ਕਰਦੀਆਂ ਹਨ, ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਤੁਹਾਡੇ ਬੱਚੇ ਦੀ ਸਿੱਖਿਆ ਵਿੱਚ ਮਾਪਿਆਂ ਦੇ ਅਧਿਕਾਰ ਅਤੇ ਵਿਕਲਪ ਇਸ ਪਾਰਟੀ ਅਤੇ ਇਸ ਸਰਕਾਰ ਦਾ ਇੱਕ ਬੁਨਿਆਦੀ ਮੂਲ ਸਿਧਾਂਤ ਹੈ ਅਤੇ ਰਹੇਗਾ ਅਤੇ ਅਸੀਂ ਕਦੇ ਵੀ ਇਸ ਦੇ ਲਈ ਮਾਫੀ ਨਹੀਂ ਮੰਗਾਂਗੇ। ਤੁਹਾਨੂੰ ਦੱਸ ਦਈਏ ਕਿ ਪ੍ਰੀਮੀਅਰ ਡੈਨੀਅਲ ਸਮਿਥ ਦਾ ਭਾਸ਼ਣ ਲਗਭਗ 30 ਮਤਿਆਂ ਤੇ ਬਹਿਸ ਕਰਨ ਅਤੇ VOTING ਕਰਨ ਤੋਂ ਪਹਿਲਾਂ ਆਇਆ ਸੀ ਅਤੇ ਅਜਿਹੇ ਮਤੇ ਜੇਕਰ ਪਾਸ ਕੀਤੇ ਜਾਂਦੇ ਹਨ ਤਾਂ ਸਰਕਾਰ ਤੇ ਪਾਬੰਦ ਨਹੀਂ ਹੁੰਦੇ, ਪਰ ਜ਼ਮੀਨੀ ਪੱਧਰ ਤੇ ਇਨਪੁਟ ਨੂੰ ਦਰਸਾਉਂਦੇ ਹਨ ਕਿ ਉਹ ਜਨਤਕ ਨੀਤੀ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੇ ਹਨ।
ਜਾਣਕਾਰੀ ਮੁਤਾਬਕ ਇੱਕ ਮਤਾ ਮਾਪਿਆਂ ਦੀ ਸਹਿਮਤੀ ਨੂੰ ਲਾਜ਼ਮੀ ਕਰਦਾ ਹੈ ਜੇਕਰ 16 ਸਾਲ ਤੋਂ ਘੱਟ ਉਮਰ ਦਾ ਬੱਚਾ ਸਕੂਲ ਵਿੱਚ ਇੱਕ ਵੱਖਰਾ ਨਾਮ ਜਾਂ ਸਰਵਣਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ ਅਤੇ ਇਸੇ ਮਾਮਲੇ ਵਿੱਚ ਸਸਕੈਚੁਅਨ 'ਚ ਹਾਲ ਹੀ ਵਿੱਚ ਪਾਸ ਕੀਤੇ ਗਏ ਕਾਨੂੰਨ ਨੂੰ ਪ੍ਰਤੀਬਿੰਬਿਤ ਕਰਨ ਵਾਲੇ ਕਾਨੂੰਨ ਜਿਸ ਨੇ LGBTQ ਵਕੀਲਾਂ ਦੁਆਰਾ ਸਖਤ ਆਲੋਚਨਾ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਹੋਰ ਸੰਕਲਪਾਂ ਵਿੱਚ ਸਮਾਜਿਕ ਲਾਭ ਦੀ ਪਰਵਾਹ ਕੀਤੇ ਬਿਨਾਂ ਪੋਸਟ ਸੈਕੰਡਰੀ ਸੰਸਥਾਵਾਂ ਵਿੱਚ ਨਸਲ ਆਧਾਰਿਤ ਦਾਖਲਿਆਂ ਤੇ ਪਾਬੰਦੀ ਲਗਾਉਣ, ਨਿਗਰਾਨੀ ਅਧੀਨ ਨਸ਼ੀਲੇ ਪਦਾਰਥਾਂ ਦੀ ਖਪਤ ਤੇ ਸੂਬਾਈ ਫੰਡਿੰਗ ਨੂੰ ਖਤਮ ਕਰਨ, ਥੈਰੇਪੀ ਅਤੇ ਟੀਕੇ ਸਮੇਤ ਕਿਸੇ ਵੀ ਡਾਕਟਰੀ ਪ੍ਰਕਿਰਿਆ ਤੋਂ ਇਨਕਾਰ ਕਰਨ ਦੇ ਵਿਅਕਤੀ ਦੇ ਅਧਿਕਾਰ ਦੀ ਰੱਖਿਆ ਕਰਨ ਦਾ ਪ੍ਰਸਤਾਵ ਸ਼ਾਮਲ ਹੈ। ਜੀਨਾ ਕਿੰਗਸਬਰੀ 2026 올림픽 ਖੇਡਾਂ ਰਾਹੀਂ ਰਾਸ਼ਟਰੀ ਮਹਿਲਾ ਟੀਮ ਦੀ ਨਿਗਰਾਨੀ ਕਰਨ ਲਈ ਹਾਕੀ ਕੈਨੇਡਾ ਵਾਪਸ ਆ ਗਈ ਹੈ ਅਤੇ ਨਵੀਂ ਪੇਸ਼ੇਵਰ ਮਹਿਲਾ ਹਾਕੀ ਲੀਗ ਵਿੱਚ ਟੋਰਾਂਟੋ ਦੇ ਕਲੱਬ ਦਾ ਪ੍ਰਬੰਧਨ ਵੀ ਕਰ ਰਹੀ ਹੈ। ਹਾਕੀ ਕੈਨੇਡਾ ਨੇ ਲੰਘੇ ਐਤਵਾਰ ਨੂੰ ਐਲਾਨ ਕੀਤਾ ਕਿ ਰੋਇਨ ਨੋਰਾਂਟਾ ਕਿਊਬੈਕ ਤੋਂ ਮਹਿਲਾ ਹਾਕੀ ਵਿੱਚ 2 ਵਾਰ ਦੀ 올림픽 ਸੋਨ ਤਗਮਾ ਜੇਤੂ ਦੋਹਰੀ ਨੌਕਰੀਆਂ ਕਰੇਗੀ, ਜਿਸ ਨੇ ਸਤੰਬਰ ਵਿੱਚ PWHL ਲਈ ਹਾਕੀ ਦੀ ਰਾਸ਼ਟਰੀ ਗਵਰਨਿੰਗ ਬੋਡੀ ਛੱਡ ਦਿੱਤੀ ਸੀ। ਸਪਰਾਈਫੀਲਡ NS ਦੇ ਟਰੋਏ ਰਾਇਨ ਰਾਸ਼ਟਰੀ ਟੀਮ ਅਤੇ ਟੋਰਾਂਟੋ ਦੇ PWHL ਕਲੱਬ ਦੋਵਾਂ ਨੂੰ ਕੋਚ ਕਰਨਗੇ। ਹਾਕੀ ਕੈਨੇਡਾ ਨੇ 2022 ਵਿੱਚ ਇਟਲੀ ਵਿੱਚ 2026 ਦੀਆਂ ਵਿੰਟਰ ਗੇਮਾਂ ਰਾਹੀਂ ਰਾਇਨ ਲਈ 4 ਸਾਲ ਦੇ ਵਾਅਦੇ ਦਾ ਐਲਾਨ ਕੀਤਾ ਸੀ। ਇਸ ਲਈ ਇਹ ਜੋੜੀ ਵਿਸ਼ਵ ਚੈਂਪੀਅਨਸ਼ਿਪ ਅਤੇ ਸੰਯੁਕਤ ਰਾਸ਼ਟਰ ਦੇ ਖਿਲਾਫ ਰਾਈਵਲਰੀ ਸੀਰੀਜ਼ ਰਾਹੀਂ ਕੈਨੇਡੀਅਨ ਔਰਤਾਂ ਦੀ ਅਗਵਾਈ ਕਰਨਾ ਜਾਰੀ ਰੱਖੇਗੀ। ਇਸ ਸਾਲ ਦੀ 7 ਗੇਮਾਂ ਦੀ ਰਾਈਵਲਰੀ ਸੀਰੀਜ਼ ਬੁੱਧਵਾਰ ਨੂੰ ਟੈਂਪੇ ਐਰੀਜ਼ੋਨਾ ਅਤੇ ਸ਼ਨੀਵਾਰ ਨੂੰ ਲਾਸ ਐਂਜਲਸ ਵਿੱਚ ਸ਼ੁਰੂ ਹੋਵੇਗੀ। ਫੈਡਰਲ ਰੋਜ਼ਗਾਰ ਮੰਤਰੀ ਰੈਂਡੀ ਬੋਆਸਨੋ ਦਾ ਕਹਿਣਾ ਹੈ ਕਿ ਉਹ ਅਲਬਰਟਾ ਸਰਕਾਰ ਦੁਆਰਾ ਕੈਨੇਡਾ ਪੈਨਸ਼ਨ ਪਲਾਨ ਨੂੰ ਛੱਡਣ ਦੀ ਕਿਸੇ ਵੀ ਕੋਸ਼ਿਸ਼ ਦੇ ਵਿਰੁੱਧ ਹਨ। ਰੋਜ਼ਗਾਰ ਮੰਤਰੀ ਬੋਆਸਨੋ ਨੇ ਅੱਗੇ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਫੈਡਰਲ ਸਰਕਾਰ ਅਤੇ ਮੈਂ ਐਲਬਰਟਨਸ ਨੂੰ ਕੈਨੇਡਾ ਪੈਨਸ਼ਨ ਪਲਾਨ ਵਿੱਚ ਰੱਖਣ ਲਈ ਉਹਨਾਂ ਨਾਲ ਕੰਮ ਕਰਨ ਲਈ ਬਹੁਤ ਸਪਸ਼ਟ ਤੌਰ ਤੇ ਵਚਨਬੱਧ ਹਨ ਅਤੇ ਕਿਹਾ ਕਿ ਪੈਨਸ਼ਨਾਂ ਦਾ ਸਿਆਸੀਕਰਨ ਕਰਨਾ ਗਲਤ ਹੈ। ਐਲਬਰਟਾ ਦੇ ਗਵਰਨਿੰਗ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦਾ ਦਲੀਲ ਹੈ ਕਿ ਪ੍ਰੋਵਿੰਸ ਦੇ ਵਰਕਰਾਂ ਨੇ ਕੈਨੇਡਾ ਪੈਨਸ਼ਨ ਪਲਾਨ ਵਿੱਚ ਵਾਪਸ ਆਉਣ ਨਾਲੋਂ ਜ਼ਿਆਦਾ ਯੋਗਦਾਨ ਪਾਇਆ ਹੈ ਅਤੇ ਇਹ ਕਿ ਜੇਕਰ ਐਲਬਰਟਾ ਆਪਣੀ ਪੈਨਸ਼ਨ ਯੋਜਨਾ ਦਾ ਪ੍ਰਬੰਧਨ ਕਰਦਾ ਹੈ ਤਾਂ ਉਹ ਅਰਬਾਂ ਕਮਾ ਸਕਦਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਚੀਫ ਐਕਚੁਅਰੀ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਐਲਬਰਟਾ ਦੁਆਰਾ ਕਮਿਸ਼ਨ ਕੀਤੀ ਗਈ ਇੱਕ ਰਿਪੋਰਟ ਵਿੱਚ ਗਣਨਾ ਵੀ ਸ਼ਾਮਲ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਇਹ CPP ਛੱਡਦਾ ਹੈ ਤਾਂ ਪ੍ਰੋਵਿੰਸ ਕੋਲ $334 ਬਿਲੀਅਨ ਦਾ ਬਕਾਇਆ ਹੋਵੇਗਾ, ਜੋ ਕਿ ਫੈਡਰਲ ਫੰਡ ਵਿੱਚ ਕੁੱਲ ਰਕਮ ਦੇ ਅੱਧੇ ਤੋਂ ਵੱਧ ਹੈ। ਇੰਪਲੋਇਮੈਂਟ ਮਿਨਿਸਟਰ ਬੋਆਸਨੋ, ਜੋ ਲਿਬਰਲਸ ਲਈ ਐਡਮਿੰਟਨ ਸੈਂਟਰ ਦੀ ਨੁਮਾਇੰਦਗੀ ਕਰਦੇ ਹਨ, ਦਾ ਕਹਿਣਾ ਹੈ ਕਿ ਉਹ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਦੇ ਪ੍ਰਸਤਾਵ ਦੇ ਵਿਰੁੱਧ ਦੋਸ਼ ਦੀ ਅਗਵਾਈ ਕਰਨਗੇ ਜੇਕਰ ਇਹ ਐਲਬਰਟਾ ਵਿੱਚ ਸੰਭਾਵਿਤ ਜਨਮਤ ਸੰਗ੍ਰਹਿ ਲਈ ਹੇਠਾਂ ਆਉਂਦੀ ਹੈ। ਮੌਂਟਰੀਅਲ ਦੇ ਰਿਵੇਰ ਦੇ ਪ੍ਰੇਰੀਜ਼ ਬੋਰੋ ਵਿੱਚ ਲੰਘੇ ਐਤਵਾਰ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 24 ਐਵੇਨਿਊ ਦੇ ਨੇੜੇ 1 ਸਟਰੀਟ ਤੇ ਵਾਪਰੀ, ਜਿੱਥੇ ਉਹਨਾਂ ਨੇ ਖੂਨ ਨਾਲ ਲੱਥਪੱਥ ਪੀੜਤ ਨੂੰ ਦੇਖਿਆ, ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ। SPVM ਦੇ ਬੁਲਾਰੇ ਜੀਨ ਟਰੂਏਨ ਦੇ ਅਨੁਸਾਰ ਉਸ ਨੂੰ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਗੰਭੀਰ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ ਸੀ, ਪਰ ਉਸ ਦੀ ਜਾਨ ਨੂੰ ਹੁਣ ਖਤਰੇ ਤੋਂ ਬਾਹਰ ਮੰਨਿਆ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਅਜੇ ਮਾਮਲੇ 'ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਜਿੱਥੇ ਪੀੜਤ ਮਿਲਿਆ ਸੀ ਉਸ ਥਾਂ ਦੀ ਘੇਰਾਬੰਦੀ ਕੀਤੀ ਗਈ ਹੈ ਤੇ ਨਾਲ ਹੀ ਗੋਲੀਬਾਰੀ ਨਾਲ ਜੁੜੇ 2 ਹੋਰ ਕ੍ਰਾਈਮ ਸੀਨਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਗੁਇਨ ਬੁਲੇਵਾਰਡ ਤੇ ਇੱਕ ਚੌਰਾਹੇ ਦੀ ਦੂਰੀ ਤੇ ਇੱਕ ਸ਼ੱਕੀ ਵਾਹਨ ਲੱਭਿਆ ਗਿਆ ਸੀ। ਖਰਾਬ ਹੋਈ ਗੱਡੀ ਨੂੰ ਉੱਥੇ ਹੀ ਛੱਡ ਦਿੱਤਾ ਗਿਆ ਸੀ ਅਤੇ ਗੋਲੀ ਚੱਲਣ ਦੀ ਆਵਾਜ਼ ਨੇੜੇ ਦੀ ਥਾਂ ਤੋਂ ਸੁਣੇ ਗਏ, ਜਿੱਥੋਂ ਪੁਲਿਸ ਨੇ ਸ਼ੈਲ ਕੇਸਿੰਗ ਵੀ ਕ੍ਰਾਈਮ ਸੀਨ ਤੋਂ ਬਰਾਮਦ ਕੀਤੇ ਹਨ। ਕਿਊਬੈਕ ਵਿੱਚ ਅਧਿਆਪਕ ਯੂਨੀਅਨ ਸਟਾਫ ਵੱਲੋਂ ਆਪਣੀਆਂ ਘੱਟ ਤਨਖਾਹਾਂ ਦੇ ਦੁੱਖ ਅਤੇ ਸਰਕਾਰ ਵਿੱਚ ਸਮਝ ਦੀ ਨਿੰਦਾ ਕਰਦਿਆਂ 23 ਨਵੰਬਰ ਨੂੰ ਅਣਮਿੱਥੇ ਸਮੇਂ ਲਈ 65,000 ਅਧਿਆਪਕਾਂ ਵੱਲੋਂ ਹੜਤਾਲ ਕੀਤੀ ਜਾਵੇਗੀ। FAE ਦੀ ਪ੍ਰਧਾਨ ਮੈਲਨੀ ਹਿਊਬਰਟ ਨੇ ਕਿਹਾ ਕਿ ਹੜਤਾਲ ਨਾਲ ਅਧਿਆਪਕ ਸਰਕਾਰ ਨੂੰ ਇੱਕ ਸਪਸ਼ਟ ਅਤੇ ਮਜ਼ਬੂਤ ਸੰਦੇਸ਼ ਭੇਜਣਾ ਚਾਹੁੰਦੇ ਹਨ ਕਿ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਮੈਲਨੀ ਹਿਊਬਰਟ ਦਾ ਕਹਿਣਾ ਹੈ ਕਿ ਉਹ ਮੰਨਦੀ ਹੈ ਕਿ ਹੜਤਾਲ ਦਾ ਮਾਪਿਆਂ ਤੇ ਕੀ ਪ੍ਰਭਾਵ ਪਵੇਗਾ, ਪਰ ਯੂਨੀਅਨ ਨੂੰ ਆਪਣੀ ਸੀਮਾ ਤੱਕ ਧੱਕਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕਿਊਬੈਕ ਦੀ ਨਵੀਨਤਮ ਪੇਸ਼ਕਸ਼ ਵਿੱਚ 5 ਸਾਲਾਂ ਵਿੱਚ 10.3% ਤਨਖਾਹ ਵਾਧਾ ਅਤੇ ਹਰੇਕ ਕਰਮਚਾਰੀ ਨੂੰ $1,000 ਦਾ ਇੱਕ ਵਾਰ ਭੁਗਤਾਨ ਸ਼ਾਮਲ ਹੈ। ਇਸ ਪੇਸ਼ਕਸ਼ ਵਿੱਚ ਵਰਕਰਾਂ ਲਈ ਹੋਰ ਪੈਸੇ ਵੀ ਸ਼ਾਮਲ ਹਨ ਅਤੇ ਸਰਕਾਰ ਕਹਿੰਦੀ ਹੈ ਕਿ ਤਰਜੀਹਾਂ ਹਨ, ਜਿਵੇਂ ਕਿ ਨਰਸਾਂ ਰਾਤਾਂ ਅਤੇ ਵੀਕਐਂਡ ਵਿੱਚ ਕੰਮ ਕਰਦੀਆਂ ਹਨ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਸਹਾਇਕ ਹਨ। ਜਿਹੜੇ ਕਰਮਚਾਰੀ ਇੱਕ ਸਾਲ ਵਿੱਚ $52,000 ਤੋਂ ਘੱਟ ਕਮਾਉਂਦੇ ਹਨ, ਉਹਨਾਂ ਨੂੰ ਵੀ 1% ਵਾਧੂ ਵਾਧਾ ਮਿਲੇਗਾ।
ਖਜ਼ਾਨਾ ਬੋਰਡ ਦੀ ਪ੍ਰਧਾਨ ਸੋਨੀਆ ਲਿਬਲ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜਦੋਂ ਉਹ ਸਾਰੇ ਤੱਤ ਗੈਰ ਆਵਰਤੀ $1000 ਭੁਗਤਾਨ ਦੇ ਨਾਲ ਇਸ ਵਿੱਚ ਕਾਰਜ ਕੀਤੇ ਜਾਂਦੇ ਹਨ ਤਾਂ ਸਰਕਾਰ ਦੀ ਪੇਸ਼ਕਸ਼ 5 ਸਾਲਾਂ ਵਿੱਚ 14.8% ਦੇ ਨੇੜੇ ਆਉਂਦੀ ਹੈ। ਇਹ ਪੇਸ਼ਕਸ਼ FAE ਅਤੇ ਸੈਂਕੜੇ ਹਜ਼ਾਰਾਂ ਹੋਰ ਜਨਤਕ ਖੇਤਰਾਂ ਦੇ ਕਰਮਚਾਰੀਆਂ ਤੇ ਲਾਗੂ ਹੁੰਦੀ ਹੈ ਜਿਨ੍ਹਾਂ ਦੀਆਂ ਯੂਨੀਅਨਸ ਉਸ ਸਮੇਂ ਸੂਬੇ ਨਾਲ ਗੱਲਬਾਤ ਕਰ ਰਹੀਆਂ ਹਨ, ਪਰ ਯੂਨੀਅਨਸ ਦਾ ਕਹਿਣਾ ਹੈ ਕਿ ਸਰਕਾਰ ਦੇ ਪ੍ਰਸਤਾਵ ਵਿੱਚ ਮਹਿੰਗਾਈ ਨੂੰ ਕਵਰ ਨਹੀਂ ਕੀਤਾ ਗਿਆ ਹੈ। ਉਹਨਾਂ ਨੇ ਮਹਿੰਗਾਈ ਦਰ ਨਾਲ ਸਾਲਾਨਾ ਵਾਧੇ ਦੇ ਨਾਲ 3 ਸਾਲ ਦੇ ਇਕਰਾਰਨਾਮੇ ਦੀ ਮੰਗ ਦਾ ਮੁਕਾਬਲਾ ਕੀਤਾ ਹੈ। ਪਹਿਲੇ ਸਾਲ ਵਿੱਚ ਮਹਿੰਗਾਈ ਦਰ ਤੋਂ 2% ਵੱਧ ਜਾਂ $100 ਪ੍ਰਤੀ ਹਫ਼ਤਾ ਜੋ ਵੀ ਵੱਧ ਲਾਭਦਾਇਕ ਹੋਵੇ, ਉਸ ਤੋਂ ਬਾਅਦ ਦੂਜੇ ਵਿੱਚ 3 ਅੰਕ ਵੱਧ ਅਤੇ ਤੀਜੇ ਸਾਲ ਵਿੱਚ 4 ਅੰਕ ਵੱਧ। ਹੜਤਾਲ ਕਰਨ ਵਾਲੇ ਅਧਿਆਪਕ FAE ਦਾ ਹਿੱਸਾ ਹਨ। ਉਹ ਮੁੱਖ ਤੌਰ ਤੇ ਫ੍ਰੈਂਚ ਸੇਵਾ ਕੇਂਦਰਾਂ ਤੇ ਕੰਮ ਕਰਦੇ ਹਨ ਅਤੇ ਉਹਨਾਂ ਨੇ ਆਪਣੀ ਯੂਨੀਅਨ ਕਾਰਜਕਾਰੀਆਂ ਨੂੰ ਸਤੰਬਰ ਵਿੱਚ ਹੜਤਾਲ ਦਾ ਆਦੇਸ਼ ਦਿੱਤਾ ਸੀ। ਜਾਣਕਾਰੀ ਮੁਤਾਬਕ ਅਧਿਆਪਕਾਂ ਵੱਲੋਂ ਹੜਤਾਲ ਦਾ ਇਹ ਫੈਸਲਾ ਲੰਘੇ ਵੀਰਵਾਰ ਨੂੰ ਯੂਨੀਅਨ ਦੀ ਮੀਟਿੰਗ ਦੌਰਾਨ ਲਿਆ ਗਿਆ ਸੀ। ਇੱਕ ਸਥਾਨਕ ਸਿਵਲ ਡਿਫੈਂਸ ਅਧਿਕਾਰੀ ਅਤੇ ਲੇਬਨਾਨੀ ਸਰਕਾਰੀ ਮੀਡੀਆ ਨੇ ਦੱਸਿਆ ਕਿ ਲੰਘੇ ਐਤਵਾਰ ਸ਼ਾਮ ਦੱਖਣੀ ਲੇਬਨਾਨ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ 4 ਨਾਗਰਿਕ ਜਿਨ੍ਹਾਂ ਵਿੱਚੋਂ 3 ਬੱਚੇ ਸਨ ਦੀ ਮੌਤ ਹੋ ਗਈ। ਇਜ਼ਰਾਈਲੀ ਫੌਜ ਦੇ ਬੁਲਾਰੇ ਅਵਿਚ ਅਦਰੇਈ ਨੇ ਐਕਸ ਤੇ ਇੱਕ ਬਿਆਨ ਵਿੱਚ ਕਿਹਾ ਕਿ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਦੁਆਰਾ ਸ਼ੁਰੂ ਕੀਤੇ ਗਏ ਹਮਲੇ ਵਿੱਚ ਲੰਘੇ ਐਤਵਾਰ ਨੂੰ ਇੱਕ ਇਜ਼ਰਾਈਲੀ ਵੀ ਮਾਰਿਆ ਗਿਆ ਸੀ। ਹਾਲਾਂਕਿ ਉਸਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਵਿਅਕਤੀ ਨਾਗਰਿਕ ਸੀ ਜਾਂ ਸਿਪਾਹੀ। ਹਮਾਸ ਇਜ਼ਰਾਈਲ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੋਂ ਲੇਬਨਾਨ ਇਜ਼ਰਾਈਲ ਸਰਹੱਦ ਤੇ ਇਜ਼ਰਾਈਲੀ ਫੌਜਾਂ ਅਤੇ ਹਿਜ਼ਬੁੱਲਾ ਦੇ ਅੱਤਵਾਦੀਆਂ ਅਤੇ ਉਹਨਾਂ ਦੇ ਸਹਿਯੋਗੀਆਂ ਵਿਚਾਲੇ ਲਗਭਗ 1 ਮਹੀਨੇ ਤੋਂ ਝੜਪ ਹੋ ਰਹੀ ਹੈ। ਹਾਲਾਂਕਿ ਝੜਪਾਂ ਜ਼ਿਆਦਾਤਰ ਸਰਹੱਦ ਦੇ ਨੇੜੇ ਦੇ ਖੇਤਰਾਂ ਵਿੱਚ ਹੀ ਰਹਿੰਦੀਆਂ ਹਨ, ਪਰ ਇਜ਼ਰਾਈਲ ਗਾਜ਼ਾ ਵਿੱਚ ਆਪਣੀ ਜ਼ਮੀਨੀ ਘੁਸਪੈਠ ਨੂੰ ਜਾਰੀ ਰੱਖਣ ਦੇ ਨਾਲ ਉਹਨਾਂ ਦੀ ਤੀਬਰਤਾ ਵਿੱਚ ਵਾਧਾ ਹੋਇਆ ਹੈ। ਇਸ ਘਟਨਾ ਤੇ ਇਜ਼ਰਾਈਲੀ ਫੌਜ ਜਾਂ ਹਿਜ਼ਬੁੱਲਾ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। ਔਰਤ ਅਤੇ 3 ਬੱਚਿਆਂ ਦੀ ਮੌਤ ਨਾਲ ਸਰਹੱਦੀ ਝੜਪਾਂ ਵਿੱਚ ਲੇਬਨਾਨੀ ਵਾਲੇ ਪਾਸੇ ਮਾਰੇ ਗਏ ਨਾਗਰਿਕਾਂ ਦੀ ਗਿਣਤੀ 14 ਹੋ ਗਈ ਹੈ, ਜਦੋਂ ਕਿ ਘੱਟੋ-ਘੱਟ 1 ਇਜ਼ਰਾਈਲੀ ਨਾਗਰਿਕ ਮਾਰਿਆ ਗਿਆ ਹੈ। ਹਿਜ਼ਬੁੱਲਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਇਜ਼ਰਾਈਲ ਲੇਬਨਾਨੀ ਨਾਗਰਿਕਾਂ ਨੂੰ ਮਾਰਦਾ ਹੈ ਤਾਂ ਇਸ ਨੂੰ ਸ਼ਮੂਲੀਅਤ ਦੇ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਇਹ ਨਾਗਰਿਕ ਟੀਚਿਆਂ ਤੇ ਹਮਲਾ ਕਰਕੇ ਜਵਾਬੀ ਕਾਰਵਾਈ ਕਰੇਗਾ। ਰੂਸੀ ਫੌਜ ਨੇ ਲੰਘੇ ਐਤਵਾਰ ਨੂੰ ਇੱਕ ਨਵੀਂ ਪਰਮਾਣੂ ਪਣਡੁੱਬੀ ਤੋਂ ਪਰਮਾਣੂ ਹਥਿਆਰਾਂ ਨੂੰ ਲਿਜਾਣ ਲਈ ਤਿਆਰ ਕੀਤੀ ਇੱਕ ਅੰਤਰ ਮਹਾਦੀਪੀ ਬੈਲਿਸਟਿਕ ਮਿਸਾਈਲ ਦੇ ਸਫਲ ਪ੍ਰੀਖਣ ਦੀ ਸੂਚਨਾ ਦਿੱਤੀ। ਇਹ ਰਿਪੋਰਟ ਉਦੋਂ ਆਈ ਜਦੋਂ ਯੂਕਰੇਨ ਵਿੱਚ ਲੜਾਈ ਨੂੰ ਲੈ ਕੇ ਰੂਸ ਅਤੇ ਪੱਛਮ ਵਿਚਾਲੇ ਤਣਾਅ ਵੱਧ ਰਿਹਾ ਹੈ। ਉਹਨਾਂ ਤਣਾਅ ਨੂੰ ਜੋੜਦੇ ਹੋਏ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਿਛਲੇ ਹਫ਼ਤੇ ਰੂਸ ਦੁਆਰਾ ਇੱਕ ਗਲੋਬਲ ਪਰਮਾਣੂ ਪ੍ਰੀਖਣ ਪਾਬੰਦੀ ਦੀ ਪ੍ਰਵਾਨਗੀ ਨੂੰ ਰੱਦ ਕਰਨ ਵਾਲੇ ਇੱਕ ਬਿੱਲ ਤੇ ਦਸਤਖਤ ਕੀਤੇ ਸਨ, ਜਿਸ ਵਿੱਚ ਮਾਸਕੋ ਨੇ ਕਿਹਾ ਸੀ ਕਿ ਸੰਯੁਕਤ ਰਾਜ ਦੇ ਨਾਲ ਸਮਾਨਤਾ ਸਥਾਪਿਤ ਕਰਨ ਦੀ ਜ਼ਰੂਰਤ ਹੈ। ਰੂਸੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੰਪੇਰੇਟਰ ਅਲੈਗਜ਼ੈਂਡਰ ਦਾ 3 ਰਣਨੀਤਿਕ ਮਿਸਾਈਲ ਕਰੂਜ਼ਰ ਨੇ ਰੂਸ ਦੇ ਉੱਤਰੀ ਵਾਈਟ ਸਾਗਰ ਵਿੱਚ ਇੱਕ ਪਾਣੀ ਦੇ ਹੇਠਲੇ ਸਥਾਨ ਤੋਂ ਬੁਲਾਵਾ ਮਿਸਾਈਲ ਦਾਗੀ ਅਤੇ ਕਾਮਚਟਕਾ ਦੇ ਦੂਰ ਪੂਰਬੀ ਖੇਤਰ ਵਿੱਚ ਇੱਕ ਨਿਸ਼ਾਨੇ ਨੂੰ ਮਾਰਿਆ। ਹਾਲਾਂਕਿ ਇਸ ਬਿਆਨ ਤੋਂ ਤੁਰੰਤ ਇਹ ਸਪਸ਼ਟ ਨਹੀਂ ਹੋਇਆ ਕਿ ਟੈਸਟ ਲਾਂਚ ਕਦੋਂ ਹੋਇਆ ਸੀ। ਜਾਣਕਾਰੀ ਮੁਤਾਬਕ ਇੰਪੇਰੇਟਰ ਅਲੈਗਜ਼ੈਂਡਰ ਦਾ 3 ਨਵੀਂ ਬੋਰੀ ਸ਼੍ਰੇਣੀ ਦੀਆਂ ਪਰਮਾਣੂ ਪਣਡੁੱਬੀਆਂ ਵਿੱਚੋਂ ਇੱਕ ਹੈ ਜੋ ਹਰ ਇੱਕ ਵਿੱਚ 16 ਬੁਲਾਵਾ ਮਿਜ਼ਾਈਲਾਂ ਲੈ ਕੇ ਜਾਂਦੀ ਹੈ ਅਤੇ ਆਉਣ ਵਾਲੇ ਦਹਾਕਿਆਂ ਵਿੱਚ ਦੇਸ਼ ਦੇ ਪਰਮਾਣੂ ਬਲਾਂ ਦੇ ਮੁੱਖ ਜਲ ਸੈਨਾ ਦੇ ਹਿੱਸੇ ਵਜੋਂ ਕੰਮ ਕਰਨ ਦਾ ਇਰਾਦਾ ਹੈ। ਰੱਖਿਆ ਮੰਤਰਾਲੇ ਦੇ ਅਨੁਸਾਰ ਇੱਕ ਬੈਲਿਸਟਿਕ ਮਿਸਾਈਲ ਨੂੰ ਲਾਂਚ ਕਰਨਾ ਜਹਾਜ਼ ਲਈ ਆਖਰੀ ਟੈਸਟ ਹੈ, ਜਿਸ ਤੋਂ ਬਾਅਦ ਇਸ ਨੂੰ ਬੇੜੇ ਵਿੱਚ ਸ਼ਾਮਲ ਕਰਨ ਬਾਰੇ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਜਲ ਸੈਨਾ ਕੋਲ ਵਰਤਮਾਨ ਵਿੱਚ 3 ਬੋਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਹਨ, ਇੱਕ ਹੋਰ ਪ੍ਰੀਖਣ ਕਰ ਰਹੀ ਹੈ ਅਤੇ 3 ਹੋਰ ਨਿਰਮਾਣ ਅਧੀਨ ਹਨ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।